ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਇੰਟਰਨੈਸ਼ਨਲ ਵਿਮਨਸ ਡੇ ਜਿਸ ਦੀ ਸ਼ੁਰੂਆਤ 1911 ਵਿੱਚ ਹੋਈ ਸੀ, ਪਰ ਉਸ ਤੋਂ ਬਾਅਦ 1975 ਤੋਂ ਇਸ ਨੂੰ ਅਫੀਸ਼ੀਅਲੀ ਸੈਲੀਬ੍ਰੇਟ ਕੀਤਾ ਜਾਣ ਲੱਗਾ। ਹਰ ਸਾਲ ਇੰਟਰਨੈਸ਼ਨਲ ਵਿਮਨਸ ਡੇ ਦੇ ਮੌਕੇ ਤੇ ਅਸੀਂ ਗੱਲ ਕਰਦੇ ਹਾਂ ਵਿਮਨਸ ਦੀ ਅਚੀਵਮੈਂਟਸ ਦੀ ਤੇ ਉਸ ਨੂੰ ਸੈਲੀਬ੍ਰੇਟ ਵੀ ਕਰਦੇ ਹਾਂ। ਪਰ ਅੱਜ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਕਿ ਕੁਝ ਅਜਿਹੀਆਂ ਔਰਤਾਂ ਨਾਲ ਗੱਲ ਕੀਤੀ ਜਾਏ ਜਿਨ੍ਹਾਂ ਨੇ ਪੈਂਡੈਮਿਕ ਵਿੱਚ ਅਲੱਗ-ਅਲੱਗ ਰੋਲ ਅਦਾ ਕੀਤੇ। ਵੈਸੇ ਹਰ ਔਰਤ ਆਪਣੀ ਜ਼ਿੰਦਗੀ ਵਿੱਚ ਇੱਕ ਸੁਪਰ ਹੀਰੋ ਤੋਂ ਘੱਟ ਨਹੀਂ, ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚ ਕਈ ਰੋਲ ਅਦਾ ਕਰਦੀਆਂ ਨੇ। ਗੱਲ ਕਰੀਏ ਪੈਂਡੈਮਿਕ ਦੀ ਤਾਂ ਔਰਤਾਂ ਨੇ ਜਿੱਥੇ ਆਪਣੇ ਕੰਮਕਾਜ ਦੇਖਿਆ, ਆਪਣੇ ਪਰਿਵਾਰ ਨੂੰ ਦੇਖਿਆ, ਬੱਚਿਆਂ ਨੂੰ ਦੇਖਿਆ ਤੇ ਜ਼ਿੰਦਗੀ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ। ਐਸੇ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਰਹੇ ਨੇ ਵਿੰਡਸਰ ਤੋਂ ਸ਼ਿਵਾਨੀ ਬੱਬਰ ਜੋ ਕਿ ਇੱਕ ਬੇਕਰੀ ਰਨ ਕਰਦੇ ਨੇ, ਨਾਲ ਹੀ ਨੇ ਬ੍ਰੈਂਪਟਨ ਤੋਂ ਸਿਮੀ ਗਿੱਲ ਜੋ ਕਿ ਇੱਕ ਸਮਾਜ ਸੇਵਕ ਨੇ ਤੇ ਨਾਲ ਹੀ ਨੇ ਬ੍ਰੈਂਪਟਨ ਤੋਂ ਅਮਨਦੀਪ ਜੋ ਕਿ ਇੱਕ ਹੇਅਰ ਸਟਾਈਲਿਸਟ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੀਟੀਸੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਖਾਸ ਤੌਰ ਤੇ ਜਿਵੇਂ ਗੱਲ ਕਰ ਰਹੇ ਹਾਂ ਇੰਟਰਨੈਸ਼ਨਲ ਵਿਮਨਸ ਡੇ ਦੀ, ਤਾਂ ਸ਼ਿਵਾਨੀ ਤੁਹਾਡੇ ਤੋਂ ਸ਼ੁਰੂ ਕਰਨਾ ਚਾਹਾਂਗੇ। ਤੁਹਾਨੂੰ ਕੀ ਲੱਗਦਾ ਹੈ ਕਿ ਇੰਟਰਨੈਸ਼ਨਲ ਵਿਮਨਸ ਡੇ ਤੇ ਅਸੀਂ ਕਾਫੀ ਸਾਲਾਂ ਤੋਂ ਇਹ ਜਿਹੜਾ ਦਿਨ ਹੈਗਾ ਸੈਲੀਬ੍ਰੇਟ ਕਰਦੇ ਹੋਏ ਆ ਰਹੇ ਹਾਂ, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸੈਲੀਬ੍ਰੇਟ ਹੋਣਾ ਚਾਹੀਦਾ ਇੰਟਰਨੈਸ਼ਨਲ ਵਿਮਨਸ ਡੇ ਤੇ? ਮੈਂ ਸਭ ਤੋਂ ਪਹਿਲਾਂ ਸਭ ਨੂੰ ਸਤਿਕਾਰ। ਮੈਂ ਇਹ ਕਹਿਣਾ ਚਾਹੂੰਗੀ ਕਿ ਵਿਮਨ ਹੋਣਾ ਹੀ ਆਪਣੇ ਆਪ ਵਿੱਚ ਇੱਕ ਸੈਲੀਬ੍ਰੇਸ਼ਨ ਹੈ। ਪਹਿਲੇ ਤੇ ਹਰ ਇੱਕ ਲੇਡੀ ਨੂੰ, ਹਰ ਇੱਕ ਔਰਤ ਨੂੰ, ਚਾਹੇ ਉਹ ਕੰਮ ਕਰਦੀ ਹੈ, ਚਾਹੇ ਉਹ ਕਰਦੇ ਹੈ, ਚਾਹੇ ਉਹ ਯੰਗ ਗਰਲ ਹੈ, ਚਾਹੇ ਓਲਡ ਲੇਡੀ ਹੈ, ਸਭ ਨੂੰ ਇਹੀ ਸੈਲੀਬ੍ਰੇਟ ਕਰਨਾ ਚਾਹੀਦਾ that the empowerment they have, the womanhood, that is the big celebration itself। ਤੇ ਵਿਮਨ ਤੋਂ ਤੁਸੀਂ ਕੋਈ ਵੀ ਕ੍ਰੈਡਿਟ ਨਹੀਂ ਲੈ ਸਕਦੇ, ਛਿਨ ਨਹੀਂ ਸਕਦੇ ਕਿ ਉਹਨਾਂ ਨੇ ਕਿਹਦਾ ਕੇਅਰ ਕਰਨੀ ਹੈ, ਚਾਹੇ ਉਹ ਛੋਟੇ ਚਾਹੇ ਵੱਡੇ, ਚਾਹੇ ਆਪਣੀ ਕੇਅਰ ਨੂੰ ਪਿੱਛੇ ਰੱਖ ਕੇ ਕਿਦਾਂ ਉਹ ਪੂਰੇ ਪਰਿਵਾਰ ਨੂੰ ਇਕਜੁੱਟ ਰੱਖ ਕੇ ਸਪੈਸ਼ਲੀ ਇਹ ਪੈਂਡੈਮਿਕ ਦੌਰਾਨ ਸਭ ਅੱਗੇ ਵਧੇ ਨੇ। ਤੇ ਉਹਦੇ ਵਿੱਚ ਹੈਟਸ ਆਫ ਟੂ ਆਲ ਦ ਵਿਮਨ ਆਊਟ ਦੇਅਰ। ਜੀ ਬਿਲਕੁਲ। ਸਿਮੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਇੱਕ ਸਮਾਜ ਸੇਵਕ ਹੋ, ਅਸੀਂ ਹਮੇਸ਼ਾ ਕਈ ਸਮਾਜ ਸੇਵਾ ਦੇ ਕੰਮਾਂ ਵਿੱਚ ਤੁਹਾਨੂੰ ਅੱਗੇ ਦੇਖਿਆ। ਅਸੀਂ ਜਦੋਂ ਇੰਟਰਨੈਸ਼ਨਲ ਵਿਮਨਸ ਡੇ ਦੀ ਗੱਲ ਕਰਦੇ ਹਾਂ, ਤੁਹਾਡੇ ਨਜ਼ਰੀਏ ਨਾਲ ਕੀ ਸੈਲੀਬ੍ਰੇਟ ਹੋਣਾ ਚਾਹੀਦਾ ਹੈ? ਮੇਰੀ ਨਜ਼ਰ 'ਚ ਵੂਮਨਸ ਡੇ ਐਵਰੀ ਡੇ ਇਜ਼ ਅ ਵੂਮਨ ਡੇ, ਰਾਈਟ? ਐਂਡ ਫਸਟ ਮੇਰੇ ਹਿਸਾਬ ਨਾਲ ਤੇ ਇਹੀ ਹੁੰਦਾ ਹੈ ਕਿ ਵੀ ਰਿਸਪੈਕਟ ਈਚ ਅਦਰ ਤੇ ਸਭ ਲਾਈਕ ਜਦੋਂ ਤੁਸੀਂ ਵੂਮਨਸ ਦਾ ਰਿਸਪੈਕਟ ਕਰਦੇ ਹੋ ਐਵਰੀ ਡੇ ਤਾਂ ਉਹ ਸਭ ਤੋਂ ਵੱਡੀ ਇੱਕ ਵੂਮਨ ਡੇ ਸੈਲੀਬ੍ਰੇਸ਼ਨ ਹੁੰਦੀ ਹੈ, ਰਾਈਟ? ਇਟਸ ਨਾਟ ਜਸਟ ਵਨ ਡੇ ਆਪਾਂ ਪੋਸਟ ਪਾ ਦਈਏ ਔਰ ਵਨ ਡੇ ਜਸਟ ਕਿ ਅੱਜ ਵੂਮਨਸ ਡੇ ਹੈਗਾ ਆਪਾਂ ਅੱਜ ਵੂਮਨਸ ਡੇ ਮਨਾ ਰਹੇ ਹਾਂ। ਐਵਰੀ ਡੇ ਇਜ਼ ਅ ਵੂਮਨ ਡੇ। ਸੋ ਫਸਟ ਵੀ ਹੈਵ ਟੂ ਰਿਸਪੈਕਟ ਵੂਮਨਸ and we have to stop violence against women। ਜੀ ਅਮਨ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਵੇਂ ਸਿਮੀ ਨੇ ਜ਼ਿਕਰ ਕੀਤਾ ਕਿ ਐਵਰੀ ਡੇ ਇਜ਼ ਅ ਵਿਮਨਸ ਡੇ, ਇੱਕ ਸਾਲ 'ਚ ਇੱਕ ਦਿਨ ਨਹੀਂ ਬਲਕਿ ਹਰ ਇੱਕ ਦਿਨ ਸੈਲੀਬ੍ਰੇਟ ਹੋਣਾ ਚਾਹੀਦਾ ਹੈ। ਤੁਸੀਂ ਕੀ ਮੰਨਦੇ ਹੋ ਕਿ ਇੰਟਰਨੈਸ਼ਨਲ ਵਿਮਨਸ ਡੇ ਤੇ ਕੀ ਸੈਲੀਬ੍ਰੇਟ ਕੀਤਾ ਜਾਣਾ ਚਾਹੀਦਾ ਹੈ? ਜਿਵੇਂ ਕਿ ਸਿਮੀ ਜੀ ਨੇ ਕਿਹਾ ਹੈ ਆਲਰੇਡੀ ਕਿ ਵੂਮਨਸ ਡੇ not should be celebrated just for one day। ਵੂਮਨਸ ਲਈ ਮਤਲਬ ਤੁਸੀਂ ਵੂਮਨਸ ਦਾ ਦੇਣ ਆਪਾਂ ਦੇ ਨਹੀਂ ਸਕਦਾ, ਕੋਈ ਨਹੀਂ ਦੇ ਸਕਦਾ, ਰਾਈਟ? ਕਿ ਇਸ ਜੱਗ ਨੂੰ ਜਨਨ ਵਾਲੀ ਇੱਕ ਔਰਤ ਆ ਔਰ ਉਹਦੀ ਰਿਸਪੈਕਟ ਮਤਲਬ ਮਰਦ ਨੂੰ ਉਹਦੀ ਪੂਰੀ ਰਿਸਪੈਕਟ ਕਰਨੀ। ਨਾਟ ਆਲ ਮਰਦ ਐਵਰੀਵੇਅਰ, ਨਾਟ ਫॉर ਸਿੰਗਲ ਡੇ, ਮਤਲਬ ਐਵਰੀ ਡੇ ਉਹਦੀ ਰਿਸਪੈਕਟ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੁਨੀਆ ਨੂੰ ਜੇ ਉਹ ਲੈ ਕੇ ਆਇਆ ਕੋਈ, ਇਸ ਦੁਨੀਆ ਵਿੱਚ ਤੁਹਾਨੂੰ ਜੀਵਨ ਦਿੱਤਾ ਤਾਂ ਇੱਕ ਔਰਤ ਹੈ। ਸੋ ਮੇਰੇ ਖਿਆਲ ਵਿੱਚ ਔਰਤ ਦੀ ਐਵਰੀ ਡੇ ਰਿਸਪੈਕਟ ਹੋਣੀ, ਨਾਟ ਫॉर ਅ ਵਨ ਡੇ। ਸੋ ਵੀ ਸ਼ੁਡ ਸੈਲੀਬ੍ਰੇਟ ਅ ਵੂਮਨ ਡੇ ਐਵਰੀ ਡੇ, ਨਾਟ ਜਸਟ ਫॉर ਵਨ ਡੇਜ਼। ਡੈਫੀਨੇਟਲੀ ਹਰ ਦਿਨ ਵਿਮਨਸ ਡੇ ਹੋਣਾ ਚਾਹੀਦਾ, ਅਸੀਂ ਤਾਂ ਇਹੀ ਮੰਨਦੇ ਹਾਂ। ਸ਼ਿਵਾਨੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਅੱਜ ਅਸੀਂ ਹਰ ਸਾਲ ਕਿਉਂਕਿ ਸੈਲੀਬ੍ਰੇਟ ਕਰਦੇ ਹਾਂ ਵਿਮਨਸ ਦੀ ਅਚੀਵਮੈਂਟਸ ਅਲੱਗ-ਅਲੱਗ ਫੀਲਡ ਵਿੱਚ ਜੋ ਉਹਨਾਂ ਨੇ ਅਚੀਵ ਕੀਤਾ, ਅਸੀਂ ਉਸਨੂੰ ਆਨਰ ਵੀ ਕਰਦੇ ਹਾਂ। ਬਟ ਅੱਜ ਅਸੀਂ ਖਾਸ ਤੌਰ 'ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲਬਾਤ ਕੀਤੀ ਜਾਏ ਕਿ ਬੀਤੇ 2 ਸਾਲ, ਖਾਸ ਤੌਰ 'ਤੇ ਪੈਂਡੈਮਿਕ ਦੇ ਜੋ 2 ਸਾਲ ਰਹੇ, ਅਸੀਂ ਦੇਖਿਆ ਇੱਕ ਔਰਤ ਨੇ ਆਪਣੇ ਜੀਵਨ ਵਿੱਚ ਕਈ ਰੋਲ ਅਦਾ ਕੀਤੇ, ਆਪਣਾ ਕੰਮ ਵੀ ਦੇਖਿਆ, ਆਪਣੇ ਘਰ ਨੂੰ ਸਾਂਭਿਆ, ਪਰਿਵਾਰ ਨੂੰ ਸਾਂਭਿਆ, ਬੱਚੇ ਜਦੋਂ ਰਿਮੋਟ ਲਈ ਸਟੱਡੀ ਕਰ ਰਹੇ ਸੀ ਉਹਨਾਂ ਤੇ ਵੀ ਧਿਆਨ ਦਿੱਤਾ। ਤੇ ਤੁਹਾਡੇ ਤੋਂ ਮੈਂ ਵਾਰੀ-ਵਾਰੀ ਜਾਣਨਾ ਚਾਹਾਂਗੀ ਕਿ ਬੀਤੇ 2 ਸਾਲ ਕਿਸ ਤਰ੍ਹਾਂ ਰਹੇ ਤੁਹਾਡੀ ਜ਼ਿੰਦਗੀ ਦੇ ਵਿੱਚ। ਸ਼ਿਵਾਨੀ, ਤੁਹਾਡੇ ਤੋਂ ਸ਼ੁਰੂ ਕਰਾਂਗੇ। ਤੇ 2 साल इट्स जैसे लाइफ के आप कह सकते हो कि जल्दी भी निकल गए और शायद बहुत ही स्लो भी थे। इट्स अ मिक्स्ड फीलिंग फॉर दैट। इट्स बिन चैलेंजिंग कि ਤੁਹਾਨੂੰ ਘਰ ਵਿੱਚ ਕੰਮ ਕਰਨਾ ਹੈ। ਜਦੋਂ ਤੁਸੀਂ ਕੰਮ ਜਾਣਦੇ ਹੋ ਨਾ, ਤੁਸੀਂ ਇੱਕ ਸਟੈਪ ਆਊਟ ਕਰਦੇ ਹੋ ਤੇ ਇੱਕ ਦਾਇਰੇ ਤੋਂ ਬਾਹਰ ਨਿਕਲ ਕੇ ਇੱਕ ਦੂਜੇ ਦਾਇਰੇ ਵਿੱਚ ਜਾਂਦੇ ਹੋ। ਤੁਸੀਂ ਥੋੜੀ ਦੇਰ ਵਾਸਤੇ ਕਦੀ ਵੀ ਕਰਨ ਨੂੰ ਨਹੀਂ ਭੁੱਲ ਸਕਦੇ, ਬਟ
ਤੁਸੀਂ ਥੋੜੀ ਦੇਰ ਵਾਸਤੇ ਉਹ ਮਾਹੌਲ ਵਿੱਚ ਆਪਣੀ ਆਇਡੈਂਟੀਟੀ ਢੂੰਢੋ। ਬਟ ਵੈਨ ਯੂ ਆਰ ਵਰਕਿੰਗ ਫਰਮ ਹੋਮ देयर इज नो डायमीटर अराउंड यू, एवरीथिंग इज राइट देयर। हर टाइम आपके साथ घर भी है, हर टाइम आपके साथ बच्चे भी हैं। सो आपको अपने अटेंशन को उसी मोमेंट में हर किसी में इक्वली डिवाइड करके आगे चलना। सो इट इज वेरी वेरी सेंसिटिव एंड वेरी डिफिकल्ट टाइम वी हैव कम, all of us have come through, right? एक ट्रिक जो मैं यूज की सी ਉਹ ਸੀਗੀ ਕਿ ਲਾਈਕ ਆਈ ਡਿਫਾਈਨਡ ਮਾਈ ਵਰਕ ਸਪੇਸ, ਅਦਰਵਾਈਜ਼ ਇਟ ਵਾਸ ਵੈਰੀ ਚੈਲੰਜਿੰਗ ਕਿ ਤੁਸੀਂ ਕੰਪਿਊਟਰ ਤੇ ਕੰਮ ਕਰ ਰਹੇ ਹੋ ਤੇ ਇੱਕ ਡੈਸਕ ਰੱਖੋ, ਇੱਕ ਕੁਝ ਰੱਖੋ ਤੇ ਤੁਸੀਂ ਕੰਪਿਊਟਰ ਉੱਥੇ ਕੰਮ ਕਰੋ। when you're out from that space, your work is gone, now your second role starts at home. So that was a little bit helpful, because before that it was a bit chaotic कि ਤੁਸੀਂ ਘਰ ਵੀ ਦੇਖਣਾ ਹੈ, ਖਾਣਾ ਵੀ ਕਰਨਾ ਹੈ, ਤੇ ਉਹਨੇ ਲੰਚ ਬ੍ਰੇਕਫਾਸਟ, ਬਿਕਾਜ਼ ਐਵਰੀਬਡੀ ਇਜ਼ ਹੋਮ ਆਲ ਦ ਟਾਈਮ, ਰਾਈਟ? ਤੇ ਉਹ ਚੈਲੰਜਿੰਗ ਸਿਚੁਏਸ਼ਨ ਸੀ, ਬਟ ਸਲੋਲੀ ਸਟੈਡੀਲੀ ਓਵਰਕਮ ਕੀਤਾ ਉਹਨੂੰ ਤੇ ਮੂਵ ਔਨ ਕੀਤਾ ਉਹਦੇ ਨਾਲ। जी बिल्कुल, ਅਸੀਂ ਇਹੀ ਸੈਲੀਬ੍ਰੇਟ ਕਰ ਰਹੇ ਹਾਂ ਕਿ ਜੋ ਚੁਣੌਤੀਆਂ ਆਈਆਂ, ਜੋ ਚੈਲੰਜਸ ਆਏ, ਕਿਸ ਤਰ੍ਹਾਂ ਇੱਕ ਔਰਤ ਨੇ ਉਸ ਨੂੰ ਐਕਸੈਪਟ ਕੀਤਾ ਤੇ ਉਹ ਅੱਗੇ ਚੱਲਦੇ ਰਹੇ। ਸਿਮੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਕਿਉਂਕਿ ਸ਼ੁਰੂਆਤੀ ਦਿਨਾਂ ਵਿੱਚ ਅਸੀਂ ਦੇਖਿਆ ਕਿ ਕਾਫੀ ਟਾਈਮ ਤੁਸੀਂ ਇੰਡੀਆ ਸਟਕ ਵੀ ਰਹੇ, ਕਿਉਂਕਿ ਜਦੋਂ ਫਲਾਈਟਸ ਕੈਂਸਲ ਹੋਈਆਂ ਤੁਹਾਨੂੰ ਕਾਫੀ ਸਮਾਂ ਇੰਡੀਆ ਵਿੱਚ ਬਿਤਾਉਣਾ ਪਿਆ, ਆਪਣੇ ਪਰਿਵਾਰ ਤੋਂ ਦੂਰ, ਆਪਣੇ ਘਰ ਤੋਂ ਦੂਰ। ਤਾਂ ਤੁਸੀਂ ਪੂਰੇ 2 ਸਾਲ ਕਿਸ ਤਰ੍ਹਾਂ ਮੈਨੇਜ ਕੀਤਾ? ਹਾਂਜੀ, ਪਹਿਲੇ ਸਾਲ ਜਦੋਂ ਸੀਗਾ, ਲਾਈਕ ਆਈ ਐਮ ਲੱਕੀ ਕਿ ਆਈ ਜਸਟ before pandemic I sold my business and I'm totally free, so you can say it's blessing or I'm lucky. Like pandemic start in March and I sold my business in December, so you can say I'm just free from the business, so no stress, right? So and then after as Rupinder ji, you know, I just started my social work, so because my bache vadde ne dono hi te independent ne, ਸੋ ਮੈਨੂੰ ਉਹ ਕੋਈ ਇੰਨੀ ਜ਼ਿਆਦਾ ਰਿਸਪੌਂਸਿਬਿਲਿਟੀ ਨਹੀਂ ਸੀ। ਬਟ ਹਾਂ, ਆਈ ਨੋ ਲੇਡੀਜ਼ ਕਿ ਜਿਨ੍ਹਾਂ ਦੇ ਬੱਚੇ ਛੋਟੇ ਨੇ, ਉਹਨਾਂ ਨੇ ਬੱਚਿਆਂ ਨੂੰ ਆਨਲਾਈਨ ਸਕੂਲਿੰਗ, ਲਾਈਕ ਸਪੈਸ਼ਲੀ ਇਟਸ ਚੈਲੰਜ ਸੀਗਾ ਲੇਡੀਜ਼ ਲਈ ਜਿਨ੍ਹਾਂ ਦੇ ਬੱਚੇ ਪ੍ਰਾਇਮਰੀ ਸਕੂਲ 'ਚ ਨੇ, ਗ੍ਰੇਡ 5, ਲਾਈਕ ਬੱਚਿਆਂ ਨੂੰ ਪਤਾ ਹੀ ਨਹੀਂ ਆਨਲਾਈਨ ਸਟੱਡੀ ਕਿਵੇਂ ਕਰਨੀ, ਬਿਕਾਜ਼ ਮੈਂ ਬਹੁਤ ਲੇਡੀਜ਼ ਨਾਲ ਉਦੋਂ ਗੱਲ ਜਿਵੇਂ ਕੀਤੀ ਹੈ ਆਪਣੇ ਫਰੈਂਡਸ ਨਾਲ, ਤੇ ਇਟਸ ਵੈਰੀ ਚੈਲੰਜਿੰਗ। ਬਟ ਮੇਰੇ ਲਈ ਉਹ ਇੰਨਾ ਚੈਲੰਜ ਨਹੀਂ ਸੀ। ਹਾਂ, ਇਹ ਹੋਇਆ ਕਿ ਜਦੋਂ ਮੈਂ ਇੰਡੀਆ ਸਟਕ ਸੀਗੀ, ਤੁਹਾਨੂੰ ਪਤਾ ਹੈ ਰੁਪਿੰਦਰ ਜੀ, ਤਾਂ ਉਦੋਂ ਜਦੋਂ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਫਲਾਈਟ ਕੈਂਸਲ, ਐਂਡ ਪਤਾ ਹੀ ਨਹੀਂ ਕਦੋਂ ਚੱਲਣਗੀਆਂ। ਸੋ ਮੈਂ ਅਪਸੈਟ ਬਹੁਤ ਹੋਈ ਉਦੋਂ ਕਿ ਫੈਮਿਲੀ ਤੋਂ ਦੂਰ ਹੈ। ਇਫ ਲਾਈਕ ਜਿਵੇਂ ਪੈਂਡੇਮਿਕ ਸੀਗਾ, ਮੈਨੂੰ ਇਹ ਲੱਗਦਾ ਸੀ ਬਾਈ ਚਾਂਸ ਮੇਰੇ ਬੱਚਿਆਂ ਨੂੰ, ਚਾਹੇ ਵੱਡੇ ਨੇ, ਕੋਈ ਵੀ ਕੁਛ ਵੀ, ਜਾਂ ਕੋਵਿਡ ਹੀ ਹੋ ਗਿਆ ਜਾਂ ਕੁਛ ਹੋ ਗਿਆ, ਤੇ ਮੈਂ ਤੇ ਇੰਨੀ ਦੂਰ ਬੈਠੀ ਕਿ ਮੈਂ ਪਹੁੰਚ ਨਹੀਂ ਸਕਾਂਗੀ। ਐਂਡ ਆਈ ਵਾਸ ਸੋ ਅਪਸੈਟ। ਐਵੇਂ ਦਿਲ ਕਰਦਾ ਸੀ ਕਿ ਪਤਾ ਨਹੀਂ ਮੈਂ ਕੀ ਕਰ ਲਵਾਂ। I was very depressed. ਫਿਰ ਮੈਂ ਆਪਣੇ ਆਪ ਨੂੰ ਖੁਦ ਹੀ ਮੋਟੀਵੇਟ ਕੀਤਾ and I started my social work in India. So ਮੈਂ ਤੇ ਇਹ ਕਹਾਂਗੀ ਕਿ ਮੇਰਾ ਜਿਹੜਾ social work ਹੈ, it's blessing for me. ਉਹਨਾਂ ਨੇ ਮੈਨੂੰ ਉਦੋਂ ਬਹੁਤ ਸਹਾਰਾ ਦਿੱਤਾ, ਤੇ ਉਦੋਂ ਮੈਂ ਆਪਣਾ ਉੱਥੇ ਗ੍ਰੇਟ ਸਾਈਕਲ ਚੈਲੰਜ ਵੀ ਕੰਪਲੀਟ ਕੀਤਾ। ਤੇ as bone marrow donor, as I'm working as bone marrow donor, so ਮੈਂ ਉਹ ਵੀ PGI ਜਾ ਕੇ ਜਿਹੜੀ ਇੱਕ ਬੱਚੇ ਦਾ ਬੋਨ ਮੈਰੋ ਟ੍ਰਾਂਸਪਲਾਂਟ ਕਰਾਇਆ, ਉਹ ਮੈਂ ਅੱਜ ਦੀ ਡੇਟ 'ਚ ਵੀ ਕਹਿੰਦੀ ਹਾਂ ਕਿ ਜਿਹੜਾ ਵਾਹਿਗੁਰੂ ਨੇ ਮੈਨੂੰ ਉੱਥੋਂ ਰੋਕਿਆ 6 ਮਹੀਨੇ, ਤਾਂ ਸ਼ਾਇਦ ਉਹ ਬੱਚੇ ਕਰਕੇ। ਉਹਦੀ ਮਦਰ ਵੀ ਇਹੀ ਕਹਿੰਦੀ ਕਿ ਸ਼ਾਇਦ ਤੁਹਾਡੀ ਫਲਾਈਟ ਕੈਂਸਲ ਹੋਈਆਂ ਨੇ, ਤੇ ਉਹ ਇਸ ਕਰਕੇ ਕਿ ਸਾਡੇ ਬੱਚੇ ਦਾ ਟ੍ਰੀਟਮੈਂਟ ਹੋਣਾ ਸੀ। ਐਂਡ ਅੱਜ ਮੈਨੂੰ ਇਹ ਖੁਸ਼ੀ ਹੋ ਰਹੀ ਹੈ ਕਿ ਉਸ ਬੱਚੇ ਦਾ ਟ੍ਰਾਂਸਪਲਾਂਟ ਹੋ ਗਿਆ PGI ਦੇ ਵਿੱਚ, ਐਂਡ he is healthy now. So ਮੇਰੇ ਲਈ ਉਹ ਇੱਕ ਵੱਡੀ ਬਲੈਸਿੰਗ ਸੀਗੀ। ਤੇ ਮੈਂ ਤੇ ਆਪਣੇ ਸੋਸ਼ਲ ਵਰਕ ਨਾਲ ਹੀ ਆਪਣੇ ਆਪ ਨੂੰ ਮੋਟੀਵੇਟ ਕੀਤਾ, ਔਰ ਆਪਣਾ ਸਾਰਾ ਜਿਹੜਾ ਟਾਈਮ ਸੀ ਉਹਦੇ 'ਚ ਹੀ ਮੈਂ ਸਪੈਂਡ ਕੀਤਾ ਇੰਡੀਆ ਦੇ ਵਿੱਚ। ਸੋ ਤਾਂ ਕਿ ਮੈਨੂੰ ਨਾ ਤਾਂ ਉਹਦੇ ਨਾਲ ਕੋਈ ਸਟ੍ਰੈਸ ਹੋਇਆ, ਔਰ ਨਾ ਹੀ ਮੈਨੂੰ ਇਹ ਸੀਗਾ ਕਿ ਮੈਂ ਫੈਮਿਲੀ ਤੋਂ ਦੂਰ ਹੈ। ਤਾਂ ਮੈਂ ਇਹੀ ਸੋਚਦੀ ਰਹੀ ਕਿ ਸ਼ਾਇਦ ਜੋ ਵੀ ਵਾਹਿਗੁਰੂ ਕਰਦਾ ਹੈ ਨਾ, ਉਹਦੇ 'ਚ ਕੋਈ ਰੀਜ਼ਨ ਹੁੰਦਾ। ਤਾਂ ਸ਼ਾਇਦ ਇਹ ਫਲਾਈਟ ਕੈਂਸਲ ਹੋਈਆਂ ਨੇ ਤਾਂ ਮੇਰੀ ਇਸੇ ਕਰਕੇ ਹੋਈਆਂ ਕਿ ਮੈਂ ਇਸ ਬੱਚੇ ਦੀ ਹੈਲਪ ਕਰ ਸਕਾਂ। ਜਿੱਥੇ ਮੈਂ ਮੈਂਸ਼ਨ ਕਰਾਂਗੀ ਕਿ ਉਹ ਬੱਚੇ ਦੀ ਮਾਂ ਕਦੇ ਬਾਹਰ ਨਹੀਂ ਨਿਕਲੀ ਸੀਗੀ। ਸ਼ੀ ਇਜ਼ ਨਾਟ ਦੈਟ ਐਜੂਕੇਟਿਡ। ਉਹ ਬਹੁਤ ਛੋਟੇ ਜਿਹੇ ਪਿੰਡ 'ਚ ਰਹਿੰਦੇ ਸੀ, ਬਹੁਤ ਗਰੀਬ ਸੀਗੇ। ਤੇ ਫਰਵਰੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਬੇਟੇ ਨੂੰ ਕੈਂਸਰ ਹੈ, ਤੇ ਉਹਨਾਂ ਦੇ ਫਾਦਰ ਨੂੰ ਇਮੀਡੀਏਟਲੀ ਹਾਰਟ ਅਟੈਕ ਆ ਗਿਆ, ਸੁਣ ਕੇ ਕਿ ਬੱਚਾ 14 ਸਾਲ ਦਾ, ਐਂਡ ਯੂ ਨੈਵਰ ਨੋ ਕਿ ਉਹ ਬੱਚੇ ਨੇ ਕਿੰਨੀ ਲਾਈਫ ਉਹਦੀ। ਬਟ ਉਹਦੀ ਮਦਰ ਜੀ ਨੇ ਕਦੇ ਘਰ ਤੋਂ ਸਟੈਪ ਆਊਟ ਨਹੀਂ ਨਾ ਕੀਤਾ ਸੀ। ਉਹ ਲੇਡੀ ਇੱਕ ਕਿਵੇਂ ਲਾਈਕ ਇੰਨੀ ਸਟਰੋਂਗਲੀ ਉਹ ਆਪਣੇ ਬੱਚੇ ਨੂੰ ਲੈ ਕੇ PGI ਦੇ ਵਿੱਚ ਘੁੰਮਦੀ ਪਈ ਸੀਗੀ ਕਿ ਆਈ ਕਾਂਟ ਇਵਨ ਐਕਸਪਲੇਨ। ਹੈਟਸ ਆਫ ਹਰ ਕਿ ਅੱਜ ਉਹ
ਲਾਈਕ ਮੈਂ ਉਹਦਾ ਇੱਕ ਸਿਰਫ ਜਰੀਆ ਬਣੀ ਆ ਉੱਥੇ, ਬਟ ਅਦਰਵਾਈਜ਼ ਉਹਦਾ ਜਿਹੜਾ ਸਟਰਗਲ ਹੈ, ਲਾਈਕ ਇਫ ਵੀ ਕੈਨ ਇਮੇਜਿਨ, ਲਾਈਕ ਇਟਸ ਵੈਰੀ ਹਾਰਡ। ਸੋ ਜੀ ਬਿਲਕੁਲ, ਅਸੀਂ ਉਸੇ ਗੱਲ ਦਾ ਸਨਮਾਨ ਕਰ ਰਹੇ ਹਾਂ ਕਿ ਜੋ ਚੁਣੌਤੀਆਂ ਆਈਆਂ, ਜੋ ਸਟਰਗਲ ਦੇਖਿਆ, ਉਸ ਨੂੰ ਔਰਤਾਂ ਨੇ ਕਿਵੇਂ ਓਵਰਕਮ ਕੀਤਾ ਹੈ। ਅਮਨ, ਤੁਹਾਡੇ ਤੋਂ ਆਉਣਾ ਚਾਹਾਂਗੇ ਅਸੀਂ, ਕਿਉਂਕਿ ਕਾਫੀ ਔਰਤਾਂ ਨੂੰ ਅਜਿਹੇ ਮਿਲੇ ਆ, ਅੱਜ ਵੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੇ ਲਾਈਫ ਵਿੱਚ ਟ੍ਰੈਜਡੀਜ਼ ਵੀ ਹੋਈਆਂ, ਸਟਰਗਲ ਵੀ ਹੋਇਆ, ਚੈਲੰਜਸ ਹੋਏ। ਤੁਹਾਡੇ ਤੋਂ ਜਾਣਨਾ ਚਾਹਾਂਗੇ 2 ਸਾਲ ਦੇ ਵਿੱਚ ਤੁਹਾਡੇ ਸਾਹਮਣੇ ਵੀ ਕੁਝ ਅਜਿਹੀਆਂ ਚੁਣੌਤੀਆਂ ਆਈਆਂ? ਹਾਂਜੀ ਬਿਲਕੁਲ ਰੁਪਿੰਦਰ ਜੀ, ਮੇਰੀ ਲਾਈਫ ਮੀਨਸ 2 ਸਾਲ ਵਾਜ਼ ਰੀਅਲੀ ਚੈਲੰਜਿੰਗ ਬਿਕਾਜ਼ I'm a single mom and I don't have any other income source. So मैं हेयर सलून ਤੇ ਕੰਮ ਕਰ ਰਹੀ ਸੀ, as I mentioned ਕਿ I'm a hair stylist। तो ਸਭ ਤੋਂ ਪਹਿਲਾਂ ਜਿਹੜਾ ਪੈਂਡੇਮਿਕ ਚ ਹੋਇਆ, ਉਹ ਸਲੂਨ ਬੰਦ ਹੋਏ ਸਭ ਤੋਂ ਪਹਿਲਾਂ। ਪਰਸਨਲ ਸਰਵਿਸ there was all cut down, everything was closed। ਸੋ ਮੇਰੇ ਲਈ ਚੈਲੰਜਿੰਗ ਇਸ ਕਰਕੇ ਸੀ ਕਿਉਂਕਿ ਮੇਰੇ ਕੋਲ ਉਸ ਟਾਈਮ ਹੋਰ ਕੋਈ ਇਨਕਮ ਸੋਰਸ ਨਹੀਂ ਸੀ। ਸੋ ਬਿਫੋਰ ਪੈਂਡੇਮਿਕ ਆਈ ਵਾਜ਼ ਵਰਕਿੰਗ ਲਾਈਕ two jobs। ਮੈਂ 2 ਹੇਅਰ ਸਲੂਨ ਤੇ ਡਿਫਰੈਂਟ ਜੌਬ ਕਰਦੀ ਸੀ। So plus I was working from home too, I was doing my client from home too। So ਉਸ ਤੋਂ ਬਾਅਦ ਜਿਸ ਦਿਨ ਸ਼ਟਡਾਊਨ ਹੋਇਆ ਸਾਰਾ ਕੁਝ, I was in a stress ਕਿ how I'm gonna manage it because I'm a single mom and I have 1 daughter। So ਮੇਰੀ daughter ਸੀ ਕਿ ਉਹ ਵੀ ਅਜੇ ਕੰਮ ਨਹੀਂ ਸੀ ਕਰਦੀ ਕਿਉਂਕਿ ਛੋਟੀ ਸੀ। ਸੋ ਮੈਨੂੰ ਸੀ ਕਿ ਮੈਂ ਕਿਸ ਤਰ੍ਹਾਂ ਮੈਨੇਜ ਕਰੂੰਗੀ। ਸੋ ਮੈਂ ਫਾਈਨਲ ਫਿਗਰ ਆਊਟ ਕੀਤਾ ਕਿ no, I have to overcome out for this and I have to do something to survive। ਕਿ ਮੈਂ give up ਨਹੀਂ ਕਰਨਾ, ਕਿ ਮੈਂ ਇੱਥੋਂ ਤੱਕ ਹੁਣ ਸਟਰਗਲ ਕਰ ਰਹੀ ਹਾਂ, ਮੈਂ ਗਿਵ ਅਪ ਨਹੀਂ ਕਰਨਾ। ਸੋ ਆਈ ਹੈਵ ਟੂ ਡੂ ਸਮਥਿੰਗ। ਸੋ ਡਿਊਰਿੰਗ ਪੈਂਡੇਮਿਕ ਮੈਂ ਐਕਚੁਅਲੀ ਟਿਫਨ ਸਰਵਿਸ ਤੇ ਵੀ ਕੰਮ ਕੀਤਾ ਟੂ ਸਰਵਾਈਵ, ਟੂ ਬ੍ਰਿੰਗ ਟੂ ਪੁੱਟ ਅਪ ਫੂਡ ਔਨ ਅ ਟੇਬਲ ਫॉर ਮਾਈ ਫੈਮਿਲੀ। ਸੋ ਮੈਂ ਟਿਫਨ ਸਰਵਿਸ ਤੇ ਡਿਊਰਿੰਗ ਕੰਮ ਕੀਤਾ। ਦੈਟ ਵਾਜ਼ ਅ ਗ੍ਰੇਟ ਐਕਸਪੀਰੀਅੰਸ ਬਿਕਾਜ਼ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਇੱਕ ਪ੍ਰੋਫੈਸ਼ਨਲ ਜੌਬ ਕਰ ਰਹੀ ਹਾਂ, ਮੈਂ ਹੇਅਰ ਸਟਾਈਲਿੰਗ ਤੇ, ਤੇ ਮੈਂ ਇਸ ਤਰ੍ਹਾਂ ਦੀ ਜੌਬ ਕਰੂੰਗੀ। ਪਰ ਮੈਨੂੰ ਸੀ ਕਿ ਨੋ, ਆਈ ਕੈਨ ਨਾਟ ਗਿਵ ਅਪ, ਕਿ ਮੈਨੂੰ ਹੁਣ ਆਈ ਹੈਵ ਟੂ ਓਵਰਕਮ। ਸਟ੍ਰੈਸ ਲੈਵਲ ਕਾਫੀ ਹਾਈ ਸੀਗਾ, ਬੇਟੀ ਵੀ ਸਟ੍ਰੈਸ ਵਿੱਚ ਸੀ ਕਿ ਸਾਰਾ ਦਿਨ ਸਕੂਲ ਨਹੀਂ ਹੈਗਾ, ਕੁਛ ਆਨਲਾਈਨ ਸਟੱਡੀ ਤੁਸੀਂ ਬੱਚੇ ਨੂੰ ਕਿੰਨੀ ਕਰਾ ਲਓਗੇ। ਸੋ ਇਟ ਵਾਜ਼ ਚੈਲੰਜਿੰਗ ਬਟ ਮੈਂ ਗਿਵ ਅਪ ਨਹੀਂ ਕੀਤਾ। ਸੋ ਆਈ ਓਵਰਕਮ ਫਰਮ ਦੈਟ। ਜੀ ਬਿਲਕੁਲ, ਚੈਲੰਜਸ ਨੂੰ ਓਵਰਕਮ ਕਰਨਾ, ਇਸੇ ਚੀਜ਼ ਦਾ ਅਸੀਂ ਸਨਮਾਨ ਕਰ ਰਹੇ ਹਾਂ। ਇੱਕ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਾਂਗੇ ਤੇ ਬਹੁਤ ਜਲਦ ਹਾਜ਼ਰ ਹੋਣੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸਾਡੀ ਖਾਸ ਤੌਰ ਤੇ ਗੱਲਬਾਤ ਚੱਲ ਰਹੀ ਹੈ ਇੰਟਰਨੈਸ਼ਨਲ ਵਿਮਨਸ ਡੇ ਦੇ ਸੰਬੰਧ ਵਿੱਚ, ਤੇ ਸਾਡੇ ਨਾਲ ਜੁੜੇ ਨੇ ਵਿੰਡਸਰ ਤੋਂ ਸ਼ਿਵਾਨੀ, ਬ੍ਰੈਂਪਟਨ ਤੋਂ ਸਿਮੀ ਗਿੱਲ ਤੇ ਨਾਲ ਹੀ ਨੇ ਬ੍ਰੈਂਪਟਨ ਤੋਂ ਅਮਨਦੀਪ। ਸ਼ਿਵਾਨੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਹੁਣ ਤੱਕ ਅਸੀਂ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਚੈਲੰਜਸ ਆਏ 2 ਸਾਲਾਂ ਦੇ ਵਿੱਚ ਤੇ ਕਿਸ ਤਰ੍ਹਾਂ ਤੁਸੀਂ ਉਸ ਨੂੰ ਓਵਰਕਮ ਕੀਤਾ, ਪਰ ਦੂਜਾ ਪੱਖ ਇਹ ਵੀ ਹੈ ਕਿ ਕੀ ਕੁਝ ਅਸੀਂ ਨਵਾਂ ਕੀਤਾ, ਅਸੀਂ ਕੀ ਕੁਝ ਨਵਾਂ ਸਿੱਖਿਆ, ਤੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕੁਝ ਨਵਾਂ ਸਿੱਖਿਆ ਤੁਸੀਂ ਇਹਨਾਂ 2 ਸਾਲਾਂ ਦੇ ਵਿੱਚ? ਹਾਂਜੀ ਬਿਲਕੁਲ, ਲਾਈਫ ਇਜ਼ ਆਲ ਅਬਾਊਟ ਲਰਨਿੰਗ। ਮੈਂ ਟੋਟਲੀ ਬਿਲੀਵ ਕਰਨੀ ਹੈ ਇਹਦੇ ਵਿੱਚ ਕਿ ਅਸੀਂ ਜਦੋਂ ਲਰਨ ਕਰਨਾ ਛੋੜ ਦੇਵਾਂਗੇ ਤੇ ਮੀਨਸ ਦੈਟਸ ਇਟ, ਡਨ, ਵੀ ਆਰ ਨੋ ਮੋਰ, ਰਾਈਟ। ਤੋ ਇਸ ਪੈਂਡੇਮਿਕ ਦੇ ਦੌਰਾਨ ਅਸੀਂ ਮੂਵ ਕੀਤਾ ਬ੍ਰੈਂਪਟਨ ਤੋਂ ਵਿੰਸਰ ਵਿੱਚ, ਤੇ there was a very big need to connect with people because ਮੈਂ 15 ਸਾਲ almost ਰਹੀ ਹਾਂ ਉੱਥੇ, 14 ਸਾਲ Brampton, Mississauga ਵਿੱਚ, ਸੇ ਬੜੇ ਅੱਛੇ ਨਾਲ connected ਲੋਕ। But when we move here between pandemic, we didn't know many people। ਤੇ ਮੈਂ ਆਪਣਾ ਬੇਕਰੀ ਦਾ ਬਿਜ਼ਨਸ ਲਾਂਚ ਕੀਤਾ work from home, as a part of work from home। ਤੇ ਉਹਦੇ ਤੋਂ ਮੈਂ ਕਨੈਕਟ ਕੀਤਾ ਲੋਕਲ ਆਪਣੀ ਕਮਿਊਨਿਟੀ ਵਿੱਚ। ਤੇ ਉਦੋਂ ਲਾਈਕ ਥੋੜਾ ਜਿਹਾ ਡਿਪਰੈਸ ਮਾਹੌਲ ਚੱਲ ਰਿਹਾ ਸੀ ਬਿਕਾਜ਼ ਪੈਂਡੇਮਿਕ ਵਾਜ਼ ਐਟ ਪੀਕ। ਸੋ ਬਟ ਉਸ ਟਾਈਮ ਤੇ when somebody took a cake, people encouraged, they took a cake and the smiles they had on their face कि अपनी फैमिली छोटी सी सेलिब्रेशन, बिकॉज हर किसी को कनेक्ट होना था दूसरों से, बट बिकॉज ऑफ पैंडेमिक nobody is meeting anyone, nobody is seeing each other। so that was my source of light at time of pandemic and learning कि how we can connect with people and how we can spread। and उस 2 साल ਦੇ ਦੌਰਾਨ ਮੈਂ ਬਹੁਤ ਕੁਝ ਕੰਮ ਵਿੱਚ ਵੀ ਸਿੱਖਿਆ, ਆਪਣੇ ਕਿਦਾਂ ਬੇਕਿੰਗ ਨੂੰ ਬੈਟਰ ਬਣਾਇਆ, ਤੇ it was a very learning progressive curve out there। ਡੈਫੀਨੇਟਲੀ। ਸਿਮੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਬੇਸ਼ੱਕ ਕਰ ਚੁੱਕੇ ਹੋ ਕਿ ਕੈਨੇਡਾ ਨਹੀਂ ਪਹੁੰਚ ਪਾਏ ਤੁਸੀਂ ਕੁਝ ਕਾਰਨਾਂ ਕਰਕੇ, ਤਾਂ ਇੰਡੀਆ ਰਹਿੰਦੇ ਹੋਏ ਤੁਸੀਂ ਆਪਣਾ ਗ੍ਰੇਟ ਸਾਈਕਲ ਚੈਲੰਜ ਵੀ ਪੂਰਾ ਕੀਤਾ, ਸੋਸ਼ਲ ਵਰਕ ਵੀ ਕਰਦੇ ਰਹੇ, ਪਰ ਇਹ ਉਹੀ ਰੂਟੀਨ ਹੈ ਜੋ ਤੁਸੀਂ ਇੱਧਰ ਵੀ ਕਰਦੇ ਸੀ, ਤੁਸੀਂ ਉਸਨੂੰ ਰੁਕਣ ਨਹੀਂ ਦਿੱਤਾ, ਪਰ ਕੁਝ ਨਵਾਂ ਤੁਹਾਡੀ ਜ਼ਿੰਦਗੀ ਵਿੱਚ ਹੋਇਆ?
ਜੀ ਹਾਂ, ਇੱਥੇ ਮੈਂ ਇਹ ਦੱਸਾਂਗੀ ਕਿ ਜਦੋਂ ਮੈਂ ਇੰਡੀਆ ਸੀਗੀ, ਜਿਨ੍ਹਾਂ ਫਰੈਂਡਸ ਨਾਲ ਮੈਂ ਕਦੇ ਟਾਈਮ ਨਹੀਂ ਸਪੈਂਡ ਕੀਤਾ ਸੀ। ਹੁਣ ਕੈਨੇਡਾ ਆਉਣ ਤੋਂ ਬਾਅਦ ਜਦੋਂ ਵੀ ਕੈਨੇਡਾ ਤੋਂ ਇੰਡੀਆ ਜਾਈਦਾ ਸੀ, ਜਸਟ ਜਾਈਦਾ 15 ਡੇਜ਼ ਐਂਡ ਯੂ ਆਰ ਬਿਜ਼ੀ ਔਨ ਮੈਰਿਜ ਐਂਡ ਐਵਰੀਥਿੰਗ, ਐਂਡ ਦੈਨ ਤੁਸੀਂ ਆਪਣੇ ਫਰੈਂਡਸ ਨੂੰ ਨਹੀਂ ਮਿਲ ਪਾਉਂਦੇ। ਸੋ ਮੇਰੀ ਜ਼ਿੰਦਗੀ 'ਚ ਇਹ ਹੋਇਆ ਕਿ ਮੈਂ ਇੱਕ ਤਰ੍ਹਾਂ ਤੋਂ ਆਪਣੀ ਦੁਬਾਰਾ ਇੱਕ ਆਪਣੀ ਉਹ ਜਿਹੜੀ ਮੇਰੀ ਪੁਰਾਣੀ ਲਾਈਫ ਸੀ ਨਾ ਬਿਫੋਰ ਮੈਰਿਜ, ਉਹ ਮੈਂ ਇੱਕ ਤਰ੍ਹਾਂ ਤੋਂ ਸਪੈਂਡ ਕੀਤੀ ਉੱਥੇ, ਆਪਣੀ ਫਰੈਂਡਸ ਨਾਲ ਟਾਈਮ ਸਪੈਂਡ ਕੀਤਾ। ਈਵਨ ਮੈਂ ਚੰਡੀਗੜ੍ਹ ਜਿਵੇਂ ਸਟੱਡੀ ਕੀਤੀ ਆ, ਕਾਲਜ ਆਪਣੇ ਕਾਲਜ ਗਈ, ਐਂਡ ਆਈ ਵਾਜ਼ ਨੈਵਰ ਐਕਸਪੈਕਟਡ ਕਿ ਮੈਂ ਚੰਡੀਗੜ੍ਹ ਦੇ ਵਿੱਚ ਇੰਨਾ ਸਾਈਕਲ ਚਲਾ ਲਾਂਗੀ ਬਿਕੋਜ਼ ਆਫ ਟ੍ਰੈਫਿਕ। ਤੇ ਮੈਂ ਉੱਥੇ ਜਦੋਂ ਸਾਈਕਲ ਵੀ ਚਲਾਇਆ ਐਨ, ਉਦੋਂ ਬਰਸਾਤਾਂ ਦੇ ਦਿਨ ਸੀਗੇ, ਯੂ ਵੋਂਟ ਇਵਨ ਇਮੇਜਿਨ, ਜਦੋਂ ਮੈਂ ਸਾਈਕਲ ਤੇ ਘਰ ਆਉਂਦੀ ਸੀ ਨਾ, ਪੂਰੀ ਮਿੱਟੀ ਮਿੱਟੀ ਹੋਈ ਹੁੰਦੀ ਸੀ ਬਿਕੋਜ਼ ਆਫ ਬਾਰਿਸ਼ ਕਰਕੇ ਨਾ, ਸਾਰਾ ਜਿਵੇਂ ਉਹ ਆ ਜਾਂਦਾ। ਸੋ ਇਸ ਵਾਰ ਲਾਈਕ ਬਚਪਨ ਨਹੀਂ ਜਿਵੇਂ ਹੁੰਦਾ ਕਿ ਆਪਾਂ ਬਚਪਨ ਚ ਘਰੋਂ ਸਾਈਕਲ ਲੈ ਕੇ ਬਾਹਰ ਨਿਕਲਦੇ ਸੀ ਤੇ ਉਹ ਮੀਂਹ ਚ ਭਿੱਜ ਕੇ ਆਉਣਾ ਤੇ ਸਾਰਾ ਕੁਝ, ਮੈਂ ਉਵੇਂ ਦੀ ਇੱਕ ਲਾਈਫ ਜਿਹੜੀ ਸੀਗੀ, ਉਹ ਮੇਰੀ ਇੱਕ ਨਵੀਂ ਚੀਜ਼ ਸੀਗੀ ਉਹਦੇ ਵਿੱਚ, ਕਿ ਉਹ ਇੱਕ ਬਹੁਤ ਵੱਡੀ ਖੁਸ਼ੀ ਸੀ ਮੇਰੇ ਲਈ ਕਿ ਉਹ ਮੈਨੂੰ ਉੱਥੇ ਮਿਲੀ ਹੈ, ਜਿਹੜੀ ਮੇਰੀ ਉੱਥੇ ਸਟੇ ਸੀਗੀ। ਉਹ ਸ਼ਾਇਦ ਮੈਨੂੰ, ਜੇ ਮੈਂ ਨਾਰਮਲ ਡੇਜ਼ ਹੁੰਦੇ ਤੇ ਮੈਂ ਨਾ ਤੇ ਉਨੀ ਦੇਰ ਉੱਥੇ ਰੁਕਣਾ ਸੀ ਔਰ ਨਾ ਹੀ ਮੈਂ ਉਹ ਕੁਝ ਉੱਥੇ ਕਰਨਾ ਸੀ। ਉਹ ਮੇਰੀ ਜ਼ਿੰਦਗੀ ਦਾ ਇੱਕ ਨਵਾਂ ਖੁਸ਼ੀ ਕਹਿ ਲਓ ਜਾਂ ਇੱਕ ਨਵਾਂ ਐਕਸਪੀਰੀਅੰਸ ਕਿ ਆਫਟਰ 25 years after my marriage, like I spend time with my old friends, like college friends and all. ਜੀ ਬਿਲਕੁਲ, ਦੌੜ ਭੱਜ ਦੀ ਜ਼ਿੰਦਗੀ ਵਿੱਚ ਜੇ ਤੁਹਾਨੂੰ ਆਪਣਾ ਬਚਪਨ ਦੁਬਾਰਾ ਜਿਉਣ ਦਾ ਮੌਕਾ ਮਿਲੇ, ਉਸ ਤੋਂ ਬਿਹਤਰ ਕੀ ਹੋ ਸਕਦਾ ਹੈ। ਇਹੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਵੀ ਇੱਕ ਚੈਲੰਜ, ਇੱਕ ਨਵਾਂ ਜੋ ਵੀ ਸਾਡੇ ਸਾਹਮਣੇ ਆਉਂਦਾ ਹੈ, ਅਸੀਂ ਉਸ ਰੋਲ ਵਿੱਚ ਢਲ ਜਾਂਦੇ ਹਾਂ ਤੇ ਉਸੇ ਵਿੱਚ ਆਪਣੀ ਜਿਹੜੀ ਡੇ ਟੂ ਡੇ ਲਾਈਫ ਹੈ ਉਹ ਸ਼ੁਰੂ ਕਰ ਦਿੰਦੇ ਹਾਂ। ਅਮਨ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਬੇਸ਼ੱਕ ਪਹਿਲਾਂ ਜ਼ਿਕਰ ਕੀਤਾ ਹੈ ਕਿ ਤੁਸੀਂ ਇੱਕ ਹੇਅਰ ਸਟਾਈਲਿਸਟ ਹੋ, ਬਟ ਪੈਂਡੈਮਿਕ ਦੌਰਾਨ ਜਦੋਂ ਇਹ ਸਰਵਿਸਿਜ਼ ਬੰਦ ਹੋ ਗਈਆਂ ਤਾਂ ਤੁਸੀਂ ਟਿਫਨ ਸਰਵਿਸ ਦੀ ਸ਼ੁਰੂਆਤ ਕੀਤੀ। ਡੈਫੀਨੇਟਲੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ, ਨਵਾਂ ਕੁਝ ਸਕਸੈਸਫੁਲ ਵੀ ਹੋਏ ਹੋ ਉਹਦੇ ਵਿੱਚ। ਇਸ ਤੋਂ ਇਲਾਵਾ ਕੁਝ ਨਵਾਂ ਲਰਨ ਕੀਤਾ ਹੈ ਜਾਂ ਆਪਣੇ ਪਰਿਵਾਰ ਲਈ, ਆਪਣੀ ਬੇਟੀ ਲਈ ਕੁਝ ਨਵਾਂ ਕੀਤਾ ਹੈ? ਹਾਂਜੀ, ਮੈਂ ਡਿਊਰਿੰਗ ਪੈਂਡੇਮਿਕ ਜਦੋਂ ਮੈਂ ਟਿਫਨ ਸਰਵਿਸ ਤੇ ਕੰਮ ਕਰਦੀ ਸੀ ਤਾਂ ਮੈਨੂੰ ਫਿਰ ਇਹ ਰਿਅਲਾਈਜ਼ ਹੋਇਆ ਕਿ ਤੁਸੀਂ ਇਹ ਨਹੀਂ ਕਿ ਇਹ ਮੈਂ ਮਤਲਬ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉੱਥੇ। ਕਿ ਫੋਰ ਐਗਜ਼ਾਮਪਲ ਜਿਸ ਇਨ ਕੇਸ ਮੇਰਾ ਹੁਣ ਜਿਵੇਂ ਹੇਅਰ ਦਾ ਬੰਦ ਹੋ ਗਿਆ ਸੀ ਤਾਂ ਮੈਨੂੰ ਇੱਕ ਨਵੀਂ ਓਪਰਚੁਨਿਟੀ ਮਿਲੀ। ਸੋ ਮੈਨੂੰ ਇਹ ਲੱਗਾ ਕਿ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਜੇ ਮੈਂ ਸੋਚਾਂ ਤਾਂ ਮੈਨੂੰ ਲੱਗਾ ਕਿ ਇਹ ਵੀ ਇੱਕ ਬਹੁਤ ਵਧੀਆ ਬਿਜ਼ਨਸ ਹੈ। ਤੁਸੀਂ ਮਤਲਬ ਆਪਣਾ ਛੋਟੀ ਜਿਹੀ ਕਿਚਨ ਲੈ ਕੇ ਉਹ ਤੋਂ ਸਟਾਰਟ ਕਰ ਸਕਦੇ ਹੋ ਐਂਡ ਦੈਨ ਯੂ ਕੈਨ ਸਰਵਾਈਵ। ਪਲੱਸ ਮੈਂ ਸਿੱਖਿਆ ਕਿ ਡਿਊਰਿੰਗ ਪੈਂਡੇਮਿਕ ਮੈਨੂੰ ਇਹ ਵੀ ਮਿਲਿਆ ਕਿ ਜਿਨ੍ਹਾਂ ਲੋਕਾਂ ਨਾਲ ਮੈਂ ਕਦੀ ਫੋਨ ਤੇ ਗੱਲ ਨਹੀਂ ਕਰਦੀ, ਟਾਈਮ ਨਹੀਂ ਹੁੰਦਾ, ਬਹੁਤ ਬਿਜ਼ੀ ਟਾਈਮ ਸੀਗਾ, ਸੋ ਉਹਨਾਂ ਨਾਲ ਵੀ ਕਨੈਕਟ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਉਸ ਟਾਈਮ ਦੇ ਵਿੱਚ। ਫਿਰ ਉਸ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਅਸੀਂ ਆਪਣੀ ਜ਼ਰੂਰਤਾਂ ਬਹੁਤ ਜ਼ਿਆਦਾ ਵਧਾਈਆਂ ਹੋਈਆਂ ਸੀ। ਆਪਾਂ ਡਿਊਰਿੰਗ ਪੈਂਡੇਮਿਕ ਜੇ ਬੈਠੇ ਸੀਗੇ, ਆਪਾਂ ਨੂੰ ਜਿੰਨਾ ਥੋੜਾ ਮਿਲ ਰਿਹਾ ਸੀ ਆਪਾਂ ਉਹਦੇ ਵਿੱਚ ਵੀ ਸਰਵਾਈਵ ਕਰ ਸਕਦੇ ਸੀ। ਕਿ ਆਪਾਂ ਜਦੋਂ ਕੰਮ ਦੀ ਦੌੜ ਵਿੱਚ ਭੱਜੇ ਫਿਰਦੇ ਆ, ਆਪਾਂ ਭੱਜਦੇ ਨਹੀਂ ਸੀ ਹੋਰ ਬਣਾ ਲਈਏ, ਪਰ ਟੈਕਨੀਕਲੀ ਜੇ ਦੇਖਿਆ ਜਾਵੇ ਤਾਂ ਸਾਨੂੰ ਜਿੰਨਾ ਜ਼ਰੂਰਤ ਸੀ ਉਹਨੇ ਸਾਨੂੰ ਉਸ ਟਾਈਮ ਤੇ ਵੀ ਮਿਲ ਰਿਹਾ ਸੀ। ਜੀ ਬਿਲਕੁਲ, ਅਸੀਂ ਵੀ ਇਹੀ ਕਹਿਣਾ ਚਾਹਾਂਗੇ ਕਿ ਹਰ ਔਰਤ ਦੀ ਸਟੋਰੀ ਆਪਣੇ ਆਪ ਵਿੱਚ ਇੱਕ ਇੰਸਪੀਰੇਸ਼ਨਲ ਸਟੋਰੀ ਹੁੰਦੀ ਹੈ। ਅਖੀਰ ਦੇ ਵਿੱਚ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਜੇ ਤੁਸੀਂ ਆਪਣੇ ਵੱਲੋਂ ਹੋਰ ਔਰਤਾਂ ਨੂੰ ਜੋ ਇਸ ਵੇਲੇ ਪ੍ਰੋਗਰਾਮ ਦੇਖ ਰਹੀਆਂ, ਜੇ ਉਹਨਾਂ ਨੂੰ ਕੋਈ ਐਡਵਾਈਸ ਦੇਣਾ ਚਾਹੋਗੇ ਤਾਂ ਇੱਕ ਐਡਵਾਈਸ ਉਹ ਕੀ ਹੋਏਗੀ? ਸਿਮੀ, ਤੁਹਾਡੇ ਤੋਂ ਸ਼ੁਰੂ ਕਰਾਂਗੇ। ਹਾਂਜੀ, ਮੇਰੀ ਸਭ ਤੋਂ ਵੱਡੀ ਐਡਵਾਈਸ ਹੈ ਕਿ ਆਪਣੀਆਂ ਬੇਟੀਆਂ ਨੂੰ ਸਭ ਤੋਂ ਪਹਿਲਾਂ ਇੰਡੀਪੈਂਡੈਂਟ ਬਣਾਓ, ਸੈਲਫ ਡਿਪੈਂਡੈਂਟ। ਤੇ ਉਹ ਇੱਕ ਉਹਨਾਂ ਕੋਲ ਇੱਕ ਡਿਗਰੀ ਹੋਏ, ਇੱਕ ਜੌਬ ਹੋਵੇ, ਕੋਈ ਵੀ ਜੌਬ ਹੋਵੇ, ਚਾਹੇ ਉਹ ਆਪਣੇ ਆਪ 'ਚ ਕੁਝ ਵੀ ਕਮਾਉਣ ਜੋਗੇ ਹੋਣ, ਤੇ ਫਿਰ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਦੀ ਮੈਰਿਜ ਬਾਰੇ ਕਿਹਾ ਜਾਵੇ ਕਿ ਉਹ ਨਾਓ ਇਜ਼ ਦਾ ਟਾਈਮ। ਉਹ ਵੀ ਜੇ ਉਹਨਾਂ ਦੀ ਮਰਜ਼ੀ ਹੈਗੀ ਹੈ, if they want to get married, because my daughter is 24-year old and she's studying right now. So ਪਹਿਲਾਂ ਸ਼ਾਇਦ ਨਹੀਂ ਸੀ ਮੈਂ ਏਦਾਂ, but now I'm learning ਕਿ ਵਿਆਹ ਜਿਹੜਾ ਹੈ ਉਹ ਇੰਪੋਰਟੈਂਟ ਚੀਜ਼ ਨਹੀਂ ਹੈ ਲਾਈਫ ਦੇ ਵਿੱਚ, ਲੇਡੀਜ਼ ਦੀ ਲਾਈਫ ਦੇ ਵਿੱਚ। is more important is your education, your self-respect and your work. If you're working, it's good for you. ਸੋ ਚਾਹੇ ਤੁਸੀਂ ਕੋਈ ਵੀ ਛੋਟਾ ਵੱਡਾ ਕੋਈ ਵੀ ਕੰਮ ਕਰਦੇ ਹੋ, ਲਾਈਕ ਮੈਂ ਬਿਜ਼ਨਸ ਸੀਗੀ ਐਂਡ ਆਈ ਐਮ ਹੈਪੀ ਨਾਓ ਆਈ ਐਮ ਵਰਕਿੰਗ ਆਊਟ। ਸੋ ਮੇਰੀ ਜੌਬ ਹੈ ਹੁਣ ਬਾਹਰ, ਲਾਈਕ ਏਅਰ ਕੈਨੇਡਾ ਦੇ ਵਿੱਚ ਮੈਂ ਹੁਣ ਜੌਬ ਵੀ ਕਰ ਰਹੀ ਹਾਂ। ਸੋ ਤੁਹਾਨੂੰ ਜੇ ਲਾਈਫ ਅਪਰਚੁਨਿਟੀ ਦਿੰਦੀ ਹੈ, ਜੇ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਹੈ ਜਾਂ ਤੁਹਾਡੇ ਕੋਲ ਕੋਈ ਵੀ ਹੈਗੀ ਹੈ, ਤਾਂ ਆਪਣੀਆਂ ਬੇਟੀਆਂ ਨੂੰ ਜਾਂ ਆਪਣੀ ਭੈਣ, ਜੇ ਮੁੰਡੇ ਨੇ ਉਹ ਵੀ ਸੁਣ ਰਹੇ ਨੇ ਮੈਨੂੰ, ਜਾਂ ਫਾਦਰ ਜਿਹੜੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇੱਕ ਮੈਸੇਜ ਦੇਵਾਂਗੀ ਕਿ ਆਪਣੀਆਂ ਕੁੜੀਆਂ ਨੂੰ ਜ਼ਰੂਰ ਪੜ੍ਹਾਓ ਤੇ ਉਹਨਾਂ ਨੂੰ ਇੰਡੀਪੈਂਡੈਂਟ ਜ਼ਰੂਰ ਬਣਾਓ। ਇਹ ਨਹੀਂ ਕਿ ਬਸ ਇਹ ਹੈਗਾ ਕਿ ਗ੍ਰੈਜੂਏਸ਼ਨ ਕਰ ਲਈ ਤੇ ਹੁਣ ਬਸ ਮੈਰਿਜ ਦਾ ਟਾਈਮ ਹੈ, ਤੁਸੀਂ 22-23 ਸਾਲ ਦੇ ਹੋ ਗਏ ਐਂਡ ਦੈਟਸ ਇਟ, ਦੈਟ ਇਜ਼ ਲਾਈਫ। ਨੋ, ਲਾਈਫ ਇਜ਼ ਲਾਈਕ ਮੋਰ।
ਜੀ ਬਿਲਕੁਲ, ਬਹੁਤ ਅੱਛਾ ਇੱਕ ਮੈਸੇਜ, ਇੱਕ ਅੱਛਾ ਸੁਨੇਹਾ ਦਿੱਤਾ ਹੈ ਤੁਸੀਂ ਕਿ ਐਜੂਕੇਸ਼ਨ ਤੇ ਸੈਲਫ ਰਿਸਪੈਕਟ ਹਰ ਕਿਸੇ ਲਈ ਹੋਣੀ ਬਹੁਤ ਜ਼ਰੂਰੀ ਹੈ। ਸ਼ਿਵਾਨੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਹੋਰ ਔਰਤਾਂ ਨੂੰ ਕੀ ਐਡਵਾਈਸ ਕਰਨਾ ਚਾਹੋਗੇ? मैं तो बहुत एक सिंपल जी एक लाइन कहना चाहूंगी कि stop trying to be perfect. You are good the way you are. ਤੁਸੀਂ ਅਸੀਂ ਕਦੇ ਕਦੇ ਨਾ women ਹੋ ਕੇ ਭੁੱਲ ਜਾਂਦੇ ਆ ਕਿ we have to give ourselves some space too. We want to be perfect for everybody else. No, we don't have to be. Just be the way you are, keep learning, but just give yourself space and take a deep breath and rest for a minute. Think what you want for yourself, not just for your family and others around you. ਜੀ ਬਿਲਕੁਲ, ਇਸ ਭੱਜ ਦੌੜ ਦੀ ਜ਼ਿੰਦਗੀ ਵਿੱਚ ਆਪਣੇ ਲਈ ਟਾਈਮ ਕੱਢਣਾ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ ਤੇ ਉਹ ਕੱਢਣਾ ਵੀ ਚਾਹੀਦਾ ਹੈ। ਸ਼ਾਇਦ ਪੈਂਡੈਮਿਕ ਨੇ ਵੀ ਸਾਨੂੰ ਇਹੀ ਸੁਨੇਹਾ ਦਿੱਤਾ ਹੈ। ਅਖੀਰ ਦੇ ਵਿੱਚ ਅਮਨ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਆਪਣੀ ਲਾਈਫ ਵਿੱਚ ਬਹੁਤ ਅਪਸ ਐਂਡ ਡਾਊਨਸ ਦੇਖੇ ਨੇ, ਪਰ ਪੈਂਡੈਮਿਕ ਵਿੱਚ ਜਿਸ ਤਰ੍ਹਾਂ ਤੁਸੀਂ ਆਪਣੀ ਇੱਕ ਜ਼ਿੰਦਗੀ ਨੂੰ ਰੁਕਣ ਨਹੀਂ ਦਿੱਤਾ, ਉਸ ਨੂੰ ਵੇਖਦੇ ਹੋਏ ਆਪਣੇ ਐਕਸਪੀਰੀਅੰਸ ਤੋਂ ਤੁਸੀਂ ਹੋਰ ਔਰਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹੀ ਮੈਸੇਜ ਦਵਾਂਗੀ ਕਿ ਔਰਤ ਨੂੰ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ, ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾਗਾ। ਤੁਸੀਂ ਮਤਲਬ ਔਰਤ ਜੇ ਉਹਦੇ ਸ਼ੀ ਇਜ਼ ਸਟਰੋਂਗ, ਸ਼ੀ ਕੈਨ ਡੂ ਐਨੀਥਿੰਗ। ਤੁਹਾਨੂੰ ਕਿਸੇ ਤੇ ਡਿਪੈਂਡ ਹੋਣ ਦੀ ਲੋੜ ਨਹੀਂ। ਦੇयर ਸੋ ਮੈਨੀ ਵੇ ਕਿ ਤੁਸੀਂ ਬਹੁਤ ਕੁਝ ਕਰ ਸਕਦੇ ਲਾਈਫ ਵਿੱਚ। ਔਰ ਸਪੈਸ਼ਲੀ ਗਰਲਸ ਵਾਸਤੇ ਮੈਂ ਇੱਕ ਮੈਸੇਜ ਦਵਾਂਗੀ ਕਿ ਉਹਨਾਂ ਕੋਲ, ਗਰਲਸ ਦੇ ਕੋਲ ਇੱਕ ਹੈਂਡ ਸਕਿੱਲ ਹੋਣੀ ਬਹੁਤ ਜ਼ਰੂਰੀ ਆ, ਜੋ ਕਿ ਮੇਰਾ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਹੂੰਗੀ। ਜੌਬ ਦੇ ਨਾਲ ਨਾਲ ਤੁਹਾਡੇ ਕੋਲ ਇੱਕ ਸਕਿੱਲ ਬਹੁਤ ਹੋਣੀ ਜ਼ਰੂਰੀ ਆ ਕਿ ਫॉर एग्जांपल ਤੁਹਾਨੂੰ ਕਿਸ ਤਰ੍ਹਾਂ ਦਾ ਮੌਕਾ ਗॉड ਫॉरबिड ਕਿ ਨਾ ਆਏ, ਪਰ ਜਸਟ ਇਨ ਕੇਸ ਕਦੀ ਇਦਾਂ ਦਾ ਹੁੰਦਾ ਤਾਂ ਸਟਿਲ ਯੂ ਕੈਨ ਸਰਵਾਈਵ। ਸੋ ਕਿਉਂਕਿ ਮੇਰੇ ਕੋਲ ਹੈਂਡ ਸਕਿੱਲ ਆ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਕਿਤੇ ਵੀ ਬੈਠ ਕੇ ਸਰਵਾਈਵ ਕਰ ਸਕਦੀ ਹਾਂ ਜੇ ਮੇਰੇ ਕੋਲ ਜੌਬ ਨਹੀਂ ਹੈ। ਸੋ ਮੈਂ ਹੀ ਮੈਸੇਜ ਦਊਂਗੀ ਕਿ ਫਸਟ ਆਫ ਆਲ ਸਾਨੂੰ ਲੜਕੀਆਂ ਨੂੰ ਪੜਾਉਣਾ ਚਾਹੀਦਾ, ਉਹਨਾਂ ਨੂੰ ਇੰਡੀਪੈਂਡੈਂਟ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਫੋਰਸ ਨਹੀਂ ਕਰਨਾ ਚਾਹੀਦਾ ਕਿਸੇ ਚੀਜ਼ ਲਈ ਵੀ ਤੁਸੀਂ ਸਾਡੇ ਅਕੋਰਡਿੰਗ ਚੱਲੋ। ਉਹਨਾਂ ਨੂੰ ਉਹਨਾਂ ਦੀ ਲਾਈਫ ਉਹਨਾਂ ਦੇ ਹਿਸਾਬ ਨਾਲ ਜੀਣ ਦੇਣੀ ਚਾਹੀਦੀ ਹੈ ਤਾਂ ਕਿ ਉਹ ਇੰਡੀਪੈਂਡੈਂਟ ਬਣ ਸਕਣ। ਜੀ ਬਿਲਕੁਲ, ਤੁਹਾਡੇ ਤਿੰਨਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣੇ ਬਿਜ਼ੀ ਸਕੈਜੂਲ ਤੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋ ਤੇ ਇੰਟਰਨੈਸ਼ਨਲ ਵਿਮਨਸ ਡੇ ਤੇ ਆਪਣੇ ਐਕਸਪੀਰੀਅੰਸ, ਆਪਣੇ ਲਾਈਫ ਦੇ ਜਿਹੜੇ ਸਟਰਗਲਸ ਨੇ, ਜੋ ਅਚੀਵਮੈਂਟਸ ਨੇ, ਉਹ ਸਾਂਝੀਆਂ ਕੀਤੀਆਂ ਨੇ। ਥੈਂਕ ਯੂ ਸੋ ਮਚ ਤੇ ਜਾਂਦੇ ਇੰਟਰਨੈਸ਼ਨਲ ਵਿਮਨਸ ਡੇ ਦੀ ਤੁਹਾਨੂੰ ਤਿੰਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਥੈਂਕ ਯੂ ਸੋ ਮਚ। Thank you for having us. Thanks. ਥੈਂਕ ਯੂ। ਤੇ ਐਸੀ ਸਾਡੀ ਖਾਸ ਗੱਲਬਾਤ ਇੰਟਰਨੈਸ਼ਨਲ ਵਿਮਨਸ ਡੇ ਦੇ ਮੌਕੇ ਤੇ। ਉਮੀਦ ਕਰਦੇ ਹਾਂ ਸਾਡੀ ਇਹ ਖਾਸ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।